वाहिगुरू जी का खालसा वाहिगुरू जी की फतेह। गुरु प्यारिओ, ਮਰਜ਼ਾਰਾ ਦਾ ਮਸਲਾ ਕਾਫੀ ਸਾਰਿਆਂ ਵੱਲੋਂ ਉਠਾਇਆ ਜਾ ਰਿਹਾ। ਨਿੱਤ ਨਵੇਂ ਬਿਆਨ ਆ ਰਹੇ ਆ ਅਖਬਾਰਾਂ ਦੇ ਵਿੱਚ, ਸੋ ਆਓ ਇਸ 'ਤੇ ਵਿਚਾਰ ਕਰੀਏ। ਜਿਸ ਨੂੰ ਇਹ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਰਾ ਕਿਹਾ ਜਾ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣਾ ਮਤਾ ਨੰਬਰ 1 ਮਿਤੀ 1/8/36 ਰਾਹੀਂ 1936 ਭਾਵ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮਤਾ ਨੰਬਰ 149 ਮਿਤੀ 12/10/36 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 7 ਜਨਵਰੀ 1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ, ਭਾਵ ਐਡਜਸਟ ਕੀਤੀ ਜਾ ਸਕਦੀ ਸੀ। ਸੋ ਇਸੇ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਨੇ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3/2/1945 ਦੇ ਮਤਾ ਨੰਬਰ 97 ਰਾਹੀਂ ਦਿੱਤੀ, ਭਾਵ ਮਹੀਨਾ ਕੁ ਬਾਅਦ ਹੀ ਇਹ ਪ੍ਰਵਾਨਗੀ ਦੇ ਦਿੱਤੀ ਵੀ ਇਸ ਦੇ ਵਿੱਚ ਜਿਹੜੀਆਂ ਸੋਧਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਇਹ ਪਹਿਲਾ ਹੀ ਪੇਜ ਮੈਂ ਤੁਹਾਨੂੰ ਦਿਖਾ ਰਿਹਾ ਅਤੇ ਹੁਣ ਜਿਹੜੇ ਅਗਲੇ ਪੇਜ ਆ ਉਹਨਾਂ 'ਤੇ ਆਪਾਂ ਚੱਲੀਏ। ਸੋ ਅੱਗੇ ਕੁਝ ਨਾਮ ਦਿੱਤੇ ਹੋਏ ਨੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਜਾਂ ਸਲਾਹ ਦਿੱਤੀ, ਅਤੇ ਜਦੋਂ ਆਪਾਂ ਪਹੁੰਚਦੇ ਹਾਂ ਜਿੱਥੇ ਮਰਜ਼ਾਰਾ ਤਕਰੀਬਨ ਸ਼ੁਰੂ ਕਰਦੇ ਆ 9 ਪੇਜ ਦੇ ਉੱਤੇ, ਅਤੇ ਇੱਥੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਜਪ ਭਾਵ ਜਪਜੀ ਸਾਹਿਬ, ਜਾਪ ਭਾਵ ਜਾਪ ਸਾਹਿਬ ਅਤੇ ਸਵਈਏ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ। ਇਹਨਾਂ ਨੇ 3 ਹੀ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਲਿਖੀਆਂ। ਹੁਣ ਇਹਨੂੰ ਯਾਦ ਰੱਖਿਓ, ਅੱਗੇ ਮੈਂ ਤੁਹਾਨੂੰ ਦਿਖਾਉਣਾ ਅੱਗੇ ਕੀ ਲਿਖਿਆ ਹੋਇਆ ਜਦੋਂ ਅੰਮ੍ਰਿਤ ਛਕਾਉਂਦੇ ਆ, ਉਹਦੇ ਬਾਰੇ ਇਹਨੂੰ ਮਾਇੰਡ 'ਚ ਰੱਖਿਓ। ਅਤੇ ਜੇ ਹੁਣ ਆਪਾਂ ਪੇਜ ਨੰਬਰ 11 'ਤੇ ਆਈਏ ਅਤੇ ਇੱਥੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਜਦੋਂ ਅਰਦਾਸ ਕੀ ਆ ਜੀ, ਅਤੇ ਲਿਖਿਆ ਜੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਸੋ 45 ਤੋਂ ਬਾਅਦ ਮੋਸਟਲੀ ਇਹ ਕਹਿੰਦੇ ਆ ਜੀ ਇਹ ਤਾਂ ਬਹੁਤ ਪੁਰਾਣੀ ਛਾਪੀ ਅਤੇ ਪਾਸ ਕੀਤੀ ਹੋਈ ਆ, ਅਤੇ ਨਨਕਾਣਾ ਸਾਹਿਬ ਤੇ 1947 ਦੇ ਵਿੱਚ ਵਿਛੜਿਆ ਜਦੋਂ ਪਾਕਿਸਤਾਨ ਅਤੇ ਭਾਰਤ ਦੀ ਵੰਡ ਹੁੰਦੀ ਹੈ। ਸੋ ਇਹ ਇੱਥੇ ਕਿੱਦਾਂ ਆ ਗਿਆ, ਮੇਰਾ ਇਹ ਸਵਾਲ ਆ ਵੀ ਇਹ ਚੀਜ਼ਾਂ, ਇਹਦਾ ਮਤਲਬ ਇਹਦੇ 'ਚ ਬਾਅਦ 'ਚ ਵੀ ਐਡਿੰਗ ਹੋਈ, ਬਾਅਦ 'ਚੋਂ ਵੀ ਕਈ ਕੁਝ ਕੀਤਾ ਗਿਆ ਆ। ਸੋ ਨਨਕਾਣਾ ਸਾਹਿਬ ਅਤੇ ਜਿਨ੍ਹਾਂ ਗੁਰਦੁਆਰਿਆਂ ਨੂੰ ਗੁਰਧਾਮਾਂ ਤੋਂ ਵਿਛੋੜਿਆ ਗਿਆ, ਇਹ ਤਾਂ ਤਾਂ ਹੀ ਇਹਦੇ ਵਿੱਚ ਲਿਖਤੀ ਆ ਗਿਆ ਨਾ ਅਰਦਾਸ ਦੇ ਵਿੱਚ, ਜੇ ਇਹਦੀ ਐਡਿੰਗ 47 ਤੋਂ ਬਾਅਦ ਹੋਈ, ਕਿਉਂਕਿ 47 'ਚ ਵੰਡ ਹੋਈ, ਪਹਿਲਾਂ ਇਸ ਚੀਜ਼ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਇੱਥੇ ਲਿਖਿਆ ਜੀ ਅਗਲੇ ਪੇਜ 'ਤੇ 12 ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਅਰਦਾਸ ਤੋਂ ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ, ਅਤੇ ਦਰਬਾਰ ਸਾਹਿਬ 'ਤੇ ਜੈਕਾਰਾ ਗਜਾਇਆ ਨਹੀਂ ਜਾਂਦਾ ਅਰਦਾਸ ਤੋਂ ਉਪਰੰਤ। ਸੋ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਰਾ ਹੈ ਅਤੇ ਦਰਬਾਰ ਸਾਹਿਬ ਤੱਕ ਵੀ ਨਹੀਂ ਪਹੁੰਚ ਰਹੀ। ਉੱਥੇ ਕਿਉਂ ਨਹੀਂ ਜਾ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜ਼ੋਰ ਦਿੰਦਾ ਵੀ ਇੱਥੇ ਜੈਕਾਰਾ ਛੱਡੋ ਵੀ ਅਰਦਾਸ ਤੋਂ ਬਾਅਦ। ਸੋ ਅੱਗੇ 14 ਨੰਬਰ ਪੇਜ ਦੇ ਉੱਤੇ ਲਿਖਿਆ ਜੀ ਤਖ਼ਤ 5 ਹਨ, ਅਤੇ 5ਵਾਂ ਤਖ਼ਤ ਲਿਖਿਆ ਹੋਇਆ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਸੋ ਆਓ ਹੁਣ ਮੈਂ ਤੁਹਾਨੂੰ ਇਸ ਦੀ ਵੀ ਅਸਲੀਅਤ ਦੱਸਾਂ ਵੀ ਦਮਦਮਾ ਸਾਹਿਬ ਨੂੰ ਤਖ਼ਤ ਇਹਨਾਂ ਨੇ ਕਿਹੜੇ ਸੰਨ ਦੇ ਵਿੱਚ ਬਣਾਇਆ। ਇਹ ਕਹਿੰਦੇ ਜੀ ਮਰਜ਼ਾਰਾ ਅਸੀਂ ਬੜੀ ਪੁਰਾਣੀ ਲਿਖੀ ਹੋਈ ਆ ਅਤੇ ਬਾਅਦ 'ਚੋਂ ਕਦੀ ਅਸੀਂ ਕੁਝ ਕੀਤਾ ਹੀ ਨਹੀਂ ਇਹਦੇ ਵਿੱਚ, ਇਹ ਤਾਂ ਬਹੁਤ ਪੁਰਾਣੀ ਪ੍ਰਮਾਣਿਤ ਆ। ਸੋ ਆਓ ਹੁਣ ਤੁਹਾਨੂੰ ਅਸਲੀਅਤ ਦਿਖਾਵਾਂ। ਸੋ ਤੁਸੀਂ ਕੋਈ ਵੀ ਜਾਣਾ ਗੂਗਲ 'ਤੇ ਸਰਚ ਕਰ ਸਕਦੇ ਆ, ਤੁਹਾਡੇ ਸਾਹਮਣੇ ਆ ਦੇਖ ਲਓ ਲਿਖਿਆ ਹੋਇਆ ਦਿਸ ਤਖ਼ਤ ਵਾਸ ਓਫੀਸ਼ਲੀ ਰੈਕਗਨਾਈਜ਼ਡ ਐਜ਼ ਦਾ 4th ਤਖ਼ਤ ਆਫ ਸਿੱਖਿਜ਼ਮ on 18th November 1966 on a demand from the Sikhs, and subcommittee was appointed by the Shromani Gurdwara Prabandhak Committee Amritsar by General Meeting Resolution number 789 on 30th July 1960. A report of the subcommittee containing 183 pages was received to declare Damdama Sahib or Guru Ki Kanchi as the 5th Takht of Sikhs. A general body meeting of the Shromani Gurdwara Prabandhak Committee at Amritsar approved the recommendations through resolution number 32 on 18th November 1966. It was declared as the 5th Sikh Takht by the Government of India in April 1999. ਚਲੋ ਮੈਂ ਸ਼੍ਰੋਮਣੀ ਕਮੇਟੀ 'ਤੇ ਆਵਾਂ। ਸੋ ਸ਼੍ਰੋਮਣੀ ਕਮੇਟੀ ਇਹਨੂੰ 1966 ਦੇ ਵਿੱਚ ਡਿਕਲੇਅਰ ਕਰਦੀ ਹੈ ਵੀ ਇਹ ਦਮਦਮਾ ਸਾਹਿਬ ਐਜ਼ ਏ ਤਖ਼ਤ, ਅਤੇ ਇਹ ਕਹਿੰਦੇ ਆ ਜੀ ਇਹ ਮਰਜ਼ਾਰਾ ਬਹੁਤ ਪੁਰਾਣੀ ਛਾਪੀ ਹੋਈ ਆ ਜੀ, ਅਤੇ ਫਿਰ ਇਹ
ਤਖਤ ਸ੍ਰੀ ਦਮਦਮਾ ਸਾਹਿਬ ਦਾ ਨਾਮ ਇੱਥੇ ਕਿੱਦਾਂ ਆ ਗਿਆ? ਡਿਕਲੇਅਰ ਤੇ ਇਹਨੂੰ 1966 ਦੇ ਵਿੱਚ ਇਹ ਕਰ ਰਹੇ ਆ। ਸੋ ਬਹੁਤ ਕੁਝ ਇਹਦੇ ਵਿੱਚ ਹੋਇਆ ਆ। ਅੱਗੇ ਅੱਗੇ ਵੇਖੋ ਵੀ ਕੀ ਕੀ ਇਹਦੇ ਵਿੱਚ ਆਉਂਦਾ। ਅੱਗੇ ਵੀ ਮੈਂ ਤੁਹਾਨੂੰ ਵਿਖਾਉਣਾ ਆ ਹੋਰ ਕੀ ਕੁਝ। ਅੱਗੇ ਪੇਜ ਨੰਬਰ 15 ਦੇ ਉੱਤੇ ਲਿਖਿਆ ਹੋਇਆ ਜੀ, ਗੁਰਦੁਆਰੇ 'ਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ। ਜ਼ਰੂਰ ਹੋਣਾ ਚਾਹੀਦਾ ਹਰ ਗੁਰਦੁਆਰੇ ਦੇ ਵਿੱਚ ਨਗਾਰਾ, ਪਰ ਬਹੁਤ ਹਜ਼ਾਰਾਂ ਹੀ ਗੁਰਦੁਆਰੇ ਐਸੇ ਆ ਜਿੱਥੇ ਨਗਾਰਾ ਹੈ ਨਹੀਂ। ਅਤੇ ਜਿਹੜੇ ਰੌਲੀ ਪਾ ਰਹੇ ਜੀ, ਜਿਹੜਾ ਇਹਨੂੰ ਮੰਨਦਾ ਜੀ ਨਹੀਂ, ਉਹ ਪੰਥ ਨਹੀਂ ਜੀ, ਉਹ ਕੀ ਹੁਣ ਉਹ ਗੁਰਦੁਆਰਿਆਂ 'ਤੇ ਵੀ ਆਪਾਂ ਕੋਈ ਐਕਸ਼ਨ ਲੈ ਲਾਂਗੇ। ਇਸੇ 15 ਨੰਬਰ ਪੇਜ ਦੇ ਉੱਤੇ ਹੀ ਅੱਗੇ ਕੀਰਤਨ ਦੀ ਮਰਜ਼ਾਦਾ ਜੀ। ਇੱਥੇ ਲਿਖਿਆ, ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਆ। ਹੁਣ ਕਿੰਨੇ ਕੁ ਰਾਗੀ ਇੱਥੇ ਆ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਆ? ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸੰਪੂਰਨ ਰਚਨਾ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ। ਸ਼ਬਦਾਂ ਨੂੰ ਜੋਟੀਆਂ ਦੀਆਂ ਧਾਰਨਾ ਜਾਂ ਰਾਗਾਂ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਅਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀਆਂ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਵਿੱਚ ਹੀ ਧਾਰਨਾ ਬਣਾਈ ਜਾਵੇ। ਹੁਣ ਜਿਹੜੇ ਧਾਰਨਾ ਲਾ ਕੇ ਕੀਰਤਨ ਕਰਦੇ ਆ ਇੰਨੇ ਜਾਣੇ, ਜਾਂ ਜਿਵੇਂ ਕਹਿ ਲਓ ਢੱਡਰੀਆਂ ਵਾਲਾ ਜਾਂ ਹੋਰ, ਇਹਨਾਂ ਦਾ ਫਿਰ ਕੀ ਕਰਾਂਗੇ? ਇਹਨਾਂ ਦਾ ਕੀ ਕਰੋਗੇ? ਸੋ ਕਹਿਣ ਤੋਂ ਮਤਲਬ ਮੇਰਾ ਇਹ ਆ, ਬਹੁਤ ਕਈ ਤਰੁੱਟੀਆਂ ਨੇ ਇਸ ਦੇ ਵਿੱਚ, ਠੀਕ ਵੀ ਨੇ ਕਈ ਗੱਲਾਂ। ਇਹਨਾਂ 'ਤੇ ਵਿਚਾਰ ਵੀ ਕਰਨੀ ਚਾਹੀਦੀ ਸਾਰੇ ਸਿੱਖ ਪੰਥ ਨੂੰ ਇੱਕ ਕਰਕੇ। ਫੇਰ ਹੀ ਕੋਈ ਜਿਹੜਾ ਆ ਵੱਡੇ ਫੈਸਲੇ ਜਿਹੜੇ ਲਏ ਜਾ ਸਕਦੇ ਆ, ਅਤੇ ਇਸ 'ਤੇ ਵਿਚਾਰ ਹੋਣੀ ਬਹੁਤ ਜ਼ਰੂਰੀ। ਸੋ ਅਗਲੇ ਪੇਜ ਦੇ ਉੱਤੇ 16 ਨੰਬਰ 'ਤੇ ਲਿਖਿਆ ਜੀ, ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਅਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਭਾਵ ਘਰੇ ਸਾਰੇ ਪ੍ਰਕਾਸ਼ ਕਰਨ। ਜੇ ਸਾਰੇ ਸਿੱਖ ਹੀ ਘਰੇ ਪ੍ਰਕਾਸ਼ ਕਰ ਲੈਣਗੇ ਤਾਂ ਗੁਰਦੁਆਰਿਆਂ 'ਚ ਕੌਣ ਜਾਏਗਾ? ਜਾਂ ਅਸੀਂ ਘਰੇ ਗੁਰੂ ਨੂੰ ਲੋਕ ਲਾ ਕੇ ਤੇ ਗੁਰਦੁਆਰੇ ਜਾਵਾਂਗੇ ਘਰੇ ਇਕੱਲੇ ਗੁਰੂ ਸਾਹਿਬ ਜੀ ਨੂੰ ਛੱਡ ਕੇ? ਹਾਂਜੀ। ਸੋ ਅੱਗੇ ਲਿਖਿਆ, ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਅਤੇ ਕੀ ਹੁਣ ਮਤਲਬ ਕਿ ਕਿੰਨੇ ਕੁ ਸਿੱਖ ਆ, ਜਿਹੜਾ ਹਰ ਕੋਈ ਸਿੱਖ ਸਵੇਰੇ ਕੁਛ ਛਕਣ ਤੋਂ ਪਹਿਲਾਂ, ਕਈਆਂ ਨੇ ਕੰਮ 'ਤੇ ਜਾਣਾ ਹੁੰਦਾ, ਕਈਆਂ ਨੇ ਕੁਛ, ਕਈਆਂ ਦੇ ਘਰਾਂ ਦੇ ਨੇੜੇ ਗੁਰੂ ਘਰ ਹੈ ਹੀ ਨਹੀਂ। ਹਾਂਜੀ। ਅਤੇ ਸਾਰੇ ਉਹ ਮਤਲਬ ਕਿ ਛਕਣ ਤੋਂ ਪਹਿਲਾਂ ਹੁਕਮ ਕਿੱਦਾਂ ਲੈਣ? ਇਹ ਤਾਂ ਇਹੀ ਹੋ ਸਕਦਾ, ਹੁਕਮਨਾਮਾ ਦਰਬਾਰ ਸਾਹਿਬ ਜੀ ਦਾ ਵੱਧ ਤੋਂ ਵੱਧ ਸੁਣਿਆ ਜਾ ਸਕਦਾ। ਹਾਂਜੀ। ਸੋ ਅੱਗੇ ਲਿਖਿਆ 17 ਨੰਬਰ ਪੇਜ 'ਤੇ, ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਸੌਲ ਲੈਣ। ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਅਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਹੁਣ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ 100 ਦੇ ਲਾਗੇ ਛਾਗੇ ਮੇਰਾ ਖਿਆਲ ਕਮਰਾ ਹੋਣਾ, ਜਿਹੜਾ ਇਹਨਾਂ ਨੇ ਪਾਇਆ, ਜਿੱਥੇ ਪਾਠ ਹਮੇਸ਼ਾ ਚੱਲਦੇ ਹੀ ਰਹਿੰਦੇ। ਉੱਥੇ ਤੁਸੀਂ ਜਾ ਕੇ ਵੇਖੋ। ਹੋਰ ਵੀ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ 'ਚ ਕਈ ਥਾਵਾਂ 'ਤੇ ਪਾਠ ਚੱਲਦੇ ਰਹਿੰਦੇ ਆ। ਜਾ ਕੇ ਵੇਖੋ, ਪਾਠੀ ਇਕੱਲੇ ਹੀ ਪਾਠ ਕਰੀ ਜਾਂਦੇ ਆ, ਕੋਈ ਸੁਣਨ ਵਾਲਾ ਨਹੀਂ ਹੁੰਦਾ। ਸੋ ਉੱਥੇ ਕਿਉਂ ਨਹੀਂ ਇਹ ਮਰਜ਼ਾਦਾ ਨੂੰ ਸੋਚ ਸਮਝ ਕੇ ਕੰਮ ਕੀਤੇ ਜਾਂਦੇ? ਸੋ ਕੀ ਇਹ ਜਿਹੜੀ ਮਰਜ਼ਾਦਾ ਜਿਹਨੂੰ ਕਹਿ ਰਹੇ ਅਕਾਲ ਤਖਤ ਸਾਹਿਬ ਦੀ, ਇਹ ਤਾਂ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਨਹੀਂ, ਉੱਥੇ ਅਕਾਲ ਤਖਤ ਸਾਹਿਬ 'ਤੇ ਨਹੀਂ ਫਾਲੋ ਹੋ ਰਹੀ ਜੇ ਮੈਂ ਕਹਾਂ ਤੇ। ਸੋ ਇਸ ਨੂੰ ਕਈ ਗੱਲਾਂ ਸੋਚਣ ਵਿਚਾਰਨ ਵਾਲੀਆਂ, ਜਾਂ ਇਹਨਾਂ 'ਤੇ ਸਵਾਲ ਖੜ੍ਹਾ ਹੁੰਦਾ ਵੀ ਉਹ ਇੱਕ ਮਤਲਬ ਕਿ ਤੁਹਾਨੂੰ ਪੈਸਾ ਆਉਂਦਾ ਪਾਠਾਂ ਦਾ, ਜਾਂ ਇੱਕ ਵਧੀਆ ਬਿਜ਼ਨਸ ਆ, ਤੁਹਾਡਾ ਕਮਾਈ ਦਾ ਸਾਧਨ ਆ, ਉਹ ਤਾਂ ਕਰਕੇ 100 ਕਮਰਾ ਪਿੱਛੇ ਬਣਾਇਆ ਆ। ਕਿਉਂ ਨਹੀਂ ਲੋਕਾਂ ਨੂੰ ਕਹਿੰਦੇ ਵੀ ਆਪ ਪਾਠ ਕਰੋ? ਸੋ ਜਦੋਂ ਆਪਣੇ 'ਤੇ ਗੱਲ ਆਉਂਦੀ ਉਦੋਂ ਮਰਜ਼ਾਦਾ ਕਿੱਥੇ ਜਾਂਦੀ ਇਹਨਾਂ ਦੀ? ਸੋ ਅੱਗੇ 18 ਨੰਬਰ ਪੇਜ 'ਤੇ ਲਿਖਿਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਤੋਂ ਭਾਵ ਐਂਡ 'ਤੇ ਕੀ ਲਿਖਿਆ ਜੀ, ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਸੋ ਹੁਣ ਮੈਂ ਪੁੱਛਣਾ ਚਾਹੁੰਦਾ, ਸ਼੍ਰੋਮਣੀ ਕਮੇਟੀ ਕੀ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦੀ ਆ ਅਖੰਡ ਪਾਠ ਸਾਹਿਬ ਦਾ? ਜਾਂ ਜਿਹੜੇ ਮਸ਼ੀਨਰੀ ਹੈ ਜਾਂ ਹੋਰ ਕਈ ਰੌਲੀ ਪਾਉਂਦੇ ਆ, ਕੀ ਇਹ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦੇ ਆ? ਨਿਹੰਗਾ ਸਿੰਘਾਂ ਤੋਂ ਇਲਾਵਾ, ਜਾਂ ਕਹਿ ਲਓ ਵੀ ਟਕਸਾਲ ਆ ਜਿਹੜਾ ਦੇਗ 'ਤੇ ਭੋਗ ਵੇਲੇ ਆਨੰਦ ਸਾਹਿਬ ਦਾ ਪਾਠ ਕਰਦੀ ਆ ਹਰ ਵਾਰੀ। ਅਤੇ ਇਹਨਾਂ 2-3 ਸੰਪਰਦਾਵਾਂ ਤੋਂ ਇਲਾਵਾ ਕਿਹੜੇ ਜਿਹੜੇ ਆ ਆਨੰਦ ਸਾਹਿਬ ਦਾ ਪਾਠ ਕਰਕੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ ਆ? ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਤੋਂ ਜਾਂ ਮਸ਼ੀਨਰੀ ਹੈ ਜਿਹੜੇ ਸਭ ਤੋਂ ਵੱਧ ਰੌਲੀ ਪਾ ਰਹੇ ਆ ਵੀ ਅਸੀਂ ਇਹ ਮਰਜ਼ਾਦਾ ਨੂੰ ਫਾਲੋ ਕਰਦੇ ਹਾਂ, ਕੀ ਉਹ ਇੱਦਾਂ ਕਰਦੇ ਆ? ਸੋ ਕਹਿਣ ਤੋਂ ਭਾਵ ਇਹ ਅਜੇ ਬਹੁਤ ਵਿਚਾਰਾਂ ਹੋਣ ਵਾਲੀਆਂ ਨੇ ਇਸ ਮਰਜ਼ਾਦਾ 'ਤੇ। ਸੋ ਅੱਗੇ ਲਿਖਿਆ ਹੋਇਆ, ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ 'ਤੇ ਉਹ ਹੁੰਦਾ 19 ਨੰਬਰ ਪੇਜ 'ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ। ਕਈ ਬੇਅੰਤ ਗੁਰਦੁਆਰੇ ਆ ਜਿੱਥੇ ਪ੍ਰਕਾਸ਼ ਕਰਕੇ 5 ਬਾਣੀਆਂ ਹੀ ਪੜ੍ਹਦੇ ਆ, ਕੀਰਤਨ ਵੀ ਨਹੀਂ ਹੁੰਦਾ। ਕਈ ਗੁਰਦੁਆਰੇ ਜਿੱਥੇ ਕੀਰਤਨ ਹੁੰਦਾ ਪਰ ਕਥਾ ਕੋਈ ਵੀ ਨਹੀਂ ਕਰਦਾ, ਵਿਖਿਆਨ ਕੋਈ ਵੀ ਨਹੀਂ ਕਰਦਾ। ਹਾਂਜੀ।
ਉਹ ਤੋਂ ਬਾਅਦ ਲਿਖਿਆ ਜੀ ਅਰਦਾਸ ਫਤਿਹ ਬੁਲਾ ਕੇ ਉਹ ਤੋਂ ਬਾਅਦ ਜਕਾਰਾ ਛੱਡਣਾ। ਦਰਬਾਰ ਸਾਹਿਬ 'ਤੇ ਜਕਾਰਾ ਕਿਉਂ ਨਹੀਂ ਛੱਡਿਆ ਜਾਂਦਾ? ਸ਼੍ਰੋਮਣੀ ਕਮੇਟੀ ਇਹ ਮਰਜ਼ਾਰਾ ਦਰਬਾਰ ਸਾਹਿਬ ਦੇ ਉੱਤੇ ਕਿਉਂ ਨਹੀਂ ਲਾਗੂ ਕਰਦੀ? ਸੋ ਇਹ ਸਵਾਲ ਨੇ। ਇਹ ਕਹਿ ਤੇ ਰਹੇ ਆ, ਇਹ ਤੇ ਆਪਣੇ ਥਾਵਾਂ 'ਤੇ ਹੀ ਇਹਨਾਂ 'ਤੇ ਲਾਗੂ ਹੁੰਦੀ, ਹੋਰ ਇਹਨਾਂ ਨੇ ਕਿੱਥੇ ਕਰਾ ਲੈਣੀ।